ਦੋਸਤੋ ਦੀਪ ਸਿੱਧੂ ਹੋਣਾ ਦੀ ਜਿਹੜੀ ਹਾਦਸੇ ਦੇ ਦੌਰਾਨ ਮੌਤ ਹੋ ਗਈ ਸੀ ਉਸ ਦੇ ਮਾਮਲੇ ਦੇ ਵਿੱਚ ਸਬੂਤ ਇਕੱਠੇ ਕੀਤੇ ਜਾ ਰਹੇ ਨੇ। ਬਹੁਤ ਹੀ ਜਾਣਕਾਰੀ ਭਰਪੂਰ ਤੁਹਾਨੂੰ ਇੱਕ ਵੀਡੀਓ ਦਿਖਾ ਰਹੇ ਹਾਂ, ਕਿਰਪਾ ਕਰਕੇ ਇਸ ਨੂੰ ਧਿਆਨ ਨਾਲ ਸੁਣਿਆ ਜਾਵੇ। ਆਓ ਵੇਖਦੇ ਹਾਂ ਇਹ ਜਾਣਕਾਰੀ ਭਰਪੂਰ ਵੀਡੀਓ। ਐਕਸੀਡੈਂਟ ਨਹੀਂ ਹੋਇਆ, ਦੀਪ ਸਿੱਧੂ ਵੀਰ ਦਾ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਕਤਲ ਹੋਇਆ ਤੇ ਇਸ ਕਤਲ ਦੇ ਤੁਹਾਨੂੰ ਸਬੂਤ ਕੁਝ ਦੱਸਣ ਲੱਗਿਆ ਮੈਂ ਤੁਹਾਨੂੰ। ਜਿਹੜੇ ਸਬੂਤ ਸਾਹਮਣੇ ਆਉਂਦੇ ਜਾ ਰਹੇ ਨੇ ਉਹਨਾਂ ਸਬੂਤਾਂ ਦੇ ਆਧਾਰ ਤੇ ਆਪਾਂ ਗੱਲ ਕਰਨੀ ਹੈ ਤੇ ਇਹ ਨਹੀਂ ਕਿ ਆਪਾਂ ਇਕੱਲੀ ਗੱਲ ਕਰਨੀ ਹੈ। ਇਹਨਾਂ ਸਬੂਤਾਂ ਦੇ ਆਧਾਰ ਤੇ ਅਸੀਂ ਮਾਨਯੋਗ ਹਾਈ ਕੋਰਟ ਦੇ ਵਿੱਚ ਇੱਕ ਰਿਟ ਪਟੀਸ਼ਨ ਪਾਉਣ ਜਾ ਰਹੇ ਹਾਂ। ਭਾਈ ਬਰਜਿੰਦਰ ਸਿੰਘ ਪਰਵਾਨਾ ਰਾਜਪੁਰਾ ਵਾਲੇ ਉਹਨਾਂ ਨੂੰ ਇਹ ਪ੍ਰੂਫ ਦੇਣੇ ਆ ਇਕੱਠੇ ਕਰਕੇ ਤੇ ਉਸ ਤੋਂ ਬਾਅਦ ਅਗਲੀ ਜਿਹੜੀ ਕੋਸ਼ਿਸ਼ ਹੋਏਗੀ ਉਹ ਉਹਨਾਂ ਨਾਲ ਮਿਲ ਕੇ ਅਸੀਂ ਕਰਾਂਗੇ। ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਵੀ ਪਾਵਾਂਗੇ ਤੇ ਅਗਰ ਇੱਥੋਂ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਫਿਰ ਦਿੱਲੀ ਹਾਈ ਕੋਰਟ ਦੇ ਵਿੱਚ ਰਿਟ ਪਟੀਸ਼ਨ ਪਾਈ ਜਾਏਗੀ। ਪਰ ਭਾਵੇਂ ਲੋਕ ਕਹਿੰਦੇ ਨੇ ਕਿ ਜਦੋਂ ਸਰਕਾਰਾਂ ਕੋਈ ਇੱਦਾਂ ਦਾ ਕੰਮ ਕਰਦੀਆਂ ਨੇ ਤਾਂ ਕੋਰਟਾਂ ਵੀ ਉਹਨਾਂ ਦੇ ਨਾਲ ਮਿਲ ਜਾਂਦੀਆਂ ਨੇ, ਪਰ ਸਾਨੂੰ ਅਜੇ ਥੋੜ੍ਹਾ ਬਹੁਤ ਭਾਰਤ ਦੀ ਨਿਆਂ ਪ੍ਰਣਾਲੀ ਤੇ ਥੋੜ੍ਹੀ ਬਹੁਤ ਉਮੀਦ ਹੈ, ਜਿਸ ਕਰਕੇ ਅਸੀਂ ਇਹ ਪ੍ਰੂਫ ਜਿਹੜੇ ਇਕੱਠੇ ਕੀਤੇ ਨੇ। ਸਭ ਤੋਂ ਪਹਿਲਾ ਜਿਹੜਾ ਪ੍ਰੂਫ ਹੈ, ਰੀਨਾ ਰਾਏ 13 ਜਨਵਰੀ ਨੂੰ ਭਾਰਤ ਆ ਗਈ ਸੀ ਔਰ ਰੀਨਾ ਰਾਏ ਦੀਪ ਸਿੱਧੂ ਵਾਲੇ ਕੇਸ ਦੇ ਵਿੱਚ ਇਨਵੋਲਵ ਸੀ ਤੇ ਪੁਲਿਸ ਨੇ ਉਸ ਤੇ ਨਜ਼ਰ ਰੱਖੀ ਹੋਈ ਸੀ, ਉਸ ਨੂੰ ਟਰੇਸ ਕਰ ਰਹੀ ਸੀ ਪੁਲਿਸ। ਜਦੋਂ ਰੀਨਾ ਰਾਏ 13 ਜਨਵਰੀ ਨੂੰ ਭਾਰਤ ਆਉਂਦੀ ਹੈ, ਗੁੜਗਾਵਾਂ ਹੋਟਲ 'ਚ ਠਹਿਰਦੀ ਹੈ, ਤਾਂ ਉਦੋਂ ਤੋਂ ਹੀ ਉਹ ਦਿੱਲੀ ਪੁਲਿਸ ਦੇ ਟੱਚ 'ਚ ਹੋ ਜਾਂਦੀ ਹੈ। ਇਹ ਦਿੱਲੀ ਪੁਲਿਸ ਦੇ ਇੱਕ ਮੁਲਾਜ਼ਮ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ਤੇ ਦੱਸਿਆ ਕਿ ਰੀਨਾ ਰਾਏ ਦਾ ਫੋਨ ਔਰ ਦੀਪ ਸਿੱਧੂ ਦੇ ਕੇਸ ਦਾ ਜਿਹੜਾ ਇਨਵੈਸਟੀਗੇਸ਼ਨ ਆਫਿਸਰ ਸੀ ਉਸ ਦੇ ਫੋਨ ਦੀਆਂ ਦੋਨਾਂ ਦੀਆਂ ਕਾਲ ਡਿਟੇਲਾਂ ਕਢਵਾਓ, ਉਹਨਾਂ ਦੀ ਗੱਲਬਾਤ ਹੋਈ ਹੈ। ਪਹਿਲਾ ਸਬੂਤ ਤਾਂ ਇਹ ਹੈ ਕਿ 13 ਜਨਵਰੀ ਨੂੰ ਜਦੋਂ ਰੀਨਾ ਰਾਏ ਭਾਰਤ ਪਹੁੰਚਦੀ ਹੈ ਏਅਰਪੋਰਟ ਦੇ ਉੱਤੇ ਅਮਰੀਕਾ ਤੋਂ, ਤਾਂ ਉਦੋਂ ਤੋਂ ਹੀ ਨੈਕਸਟ ਡੇ ਤੋਂ ਹੀ 14 ਜਨਵਰੀ ਤੋਂ ਹੀ ਆਈਓ ਜਿਹੜਾ ਇਨਵੈਸਟੀਗੇਸ਼ਨ ਆਫਿਸਰ ਸੀ ਦੀਪ ਸਿੱਧੂ ਵੀਰ ਦੇ ਕੇਸ ਦਾ, ਉਸ ਦੇ ਨਾਲ ਰੀਨਾ ਰਾਏ ਦਾ ਫੋਨ ਕੰਟੈਕਟ ਹੁੰਦਾ ਹੈ। ਜਿਹੜਾ ਦੂਜਾ ਵੱਡਾ ਸਬੂਤ ਹੈ, ਜਦੋਂ ਵੀਰ ਦੀਪ ਸਿੱਧੂ ਨੂੰ 26 ਜਨਵਰੀ ਵਾਲੇ ਕੇਸ 'ਚੋਂ ਬੇਲ ਮਿਲਦੀ ਹੈ ਨਾ, ਤਾਂ ਬੇਲ ਕਿਸ ਆਧਾਰ ਤੇ ਮਿਲਦੀ ਹੈ? ਬੇਲ ਦੇਣ ਦਾ ਆਧਾਰ ਕੋਰਟ ਬਣਾਉਂਦੀ ਹੈ ਕਿ ਵੀਰ ਦੀਪ ਸਿੱਧੂ ਆਪਣੀ ਜਿਹੜੀ ਲੋਕੇਸ਼ਨ ਹੈ ਉਹ ਲੋਕੇਸ਼ਨ ਇਸ ਕੇਸ ਦੇ ਆਈਓ ਨਾਲ ਸ਼ੇਅਰ ਕਰੇਗਾ, ਆਪਣੀ ਲੋਕੇਸ਼ਨ ਬੰਦ ਨਹੀਂ ਕਰੇਗਾ, ਫੋਨ ਲੋਕੇਸ਼ਨ। ਔਰ ਹਰ ਮਹੀਨੇ ਦੀ 1 ਤੇ 15 ਤਰੀਕ ਨੂੰ ਖੁਦ ਫੋਨ ਕਰਕੇ ਸੰਬੰਧਿਤ ਆਈਓ ਨੂੰ ਦੱਸੇਗਾ ਕਿ ਹੁਣ ਮੈਂ ਕਿੱਥੇ ਮੌਜੂਦ ਹਾਂ ਤੇ ਹੁਣ ਮੈਂ ਅੱਗੇ ਕਿੱਥੇ ਜਾਣਾ ਹੈ। ਇਹ ਐਗਜ਼ੈਕਟ ਮਤਲਬ ਦੀਪ ਸਿੱਧੂ ਨੂੰ ਦੱਸਣਾ ਪੈਣਾ ਸੀ, ਜਿਹੜਾ ਉਸ ਕੇਸ ਦਾ ਆਈਓ ਸੀ, ਤੇ ਆਈਓ ਨਾਲ ਉਸ ਨੇ ਸਾਰੀ ਗੱਲ ਇਹ ਸ਼ੇਅਰ ਕਰਨੀ ਸੀ। ਤੇ ਇਹਦੇ ਵਿੱਚ ਜਿਹੜੀ ਗੱਲ ਨਿਕਲ ਕੇ ਸਾਹਮਣੇ ਆਉਂਦੀ ਹੈ, ਜਿਸ ਦਿਨ ਵੀਰ ਦੀਪ ਸਿੱਧੂ ਦਾ ਇਹ ਐਕਸੀਡੈਂਟ ਦਿਖਾਉਂਦੇ ਨੇ ਉਸ ਦਿਨ 15 ਹੀ ਤਰੀਕ ਸੀ। 15 ਹੀ ਤਰੀਕ ਨੂੰ ਜਦੋਂ ਵੀਰਦੀਪ ਸਿੱਧੂ ਨੇ ਆਈਓ ਨੂੰ ਆਪਣਾ ਦੱਸਿਆ ਹੋਏਗਾ ਕਿ ਹੁਣ ਮੇਰੀ ਲੋਕੇਸ਼ਨ ਇਹ ਹੈ ਤੇ ਮੈਂ ਇੱਥੋਂ ਅੱਗੇ ਇੱਧਰ ਜਾਣਾ ਹੈ, ਉਦੋਂ ਤੋਂ ਹੀ ਸਵੇਰ ਤੋਂ ਇਹ ਹਾਦਸਾ ਬਣਾਉਣ ਵਾਸਤੇ ਸਾਜ਼ਿਸ਼ਾਂ ਸ਼ੁਰੂ ਹੋ ਗਈਆਂ ਹੋਣੀਆਂ ਨੇ। ਤੀਜਾ ਜਿਹੜਾ ਵੱਡਾ ਪ੍ਰੂਫ ਸਾਹਮਣੇ ਆਉਂਦਾ ਹੈ, ਟੋਲ ਪਲਾਜ਼ੇ ਦੇ ਮੁਲਾਜ਼ਮਾਂ ਨਾਲ ਗੱਲ ਕੀਤੀ ਗਈ ਹੈ। ਟੋਲ ਪਲਾਜ਼ੇ ਤੇ ਜਿਹੜੇ ਮੁਲਾਜ਼ਮ ਨੇ ਉਹ ਦੱਸ ਰਹੇ ਨੇ ਕਿ ਅਗਰ ਦੀਪ ਸਿੱਧੂ ਟੋਲ ਪਲਾਜ਼ੇ ਤੇ ਐਂਟਰੀ ਹੁੰਦੀ ਹੈ ਦੀਪ ਸਿੱਧੂ ਦੀ, ਤਾਂ ਸਾਰੇ ਜਿੰਨੇ ਸਾਡੇ ਮੁਲਾਜ਼ਮ ਨੇ ਸਾਰੇ ਦੀਪ ਸਿੱਧੂ ਨੂੰ ਉਦੋਂ ਤੋਂ ਜਾਣਦੇ ਨੇ ਜਦੋਂ ਤੋਂ ਕਿਸਾਨ ਅੰਦੋਲਨ ਚੱਲ ਰਿਹਾ ਹੈ। ਜਿਹੜੇ ਉੱਥੇ ਮੁਲਾਜ਼ਮ ਟੋਲ ਪਲਾਜ਼ੇ ਤੇ ਟੋਲ ਟੈਕਸ ਦੀਆਂ ਕੱਟਦੇ ਆ ਪਰਚੀਆਂ, ਉਹਨਾਂ ਦੇ ਵਿੱਚੋਂ ਕਿਸੇ ਇੱਕ ਨੇ ਵੀ ਇਹ ਨਹੀਂ ਕਿਹਾ ਕਿ ਹਾਂ ਅਸੀਂ ਦੀਪ ਸਿੱਧੂ ਨੂੰ ਦੇਖਿਆ। ਕਿ ਜਿਹੜੀ ਉਹ ਫੋਟੋ ਹੈ ਟੋਲ ਪਲਾਜ਼ੇ ਤੇ ਜਿਹੜੀ ਫੋਟੋ ਕਲਿੱਕ ਕੀਤੀ ਗਈ ਹੈ ਉੱਥੇ ਕੈਮਰਿਆਂ ਦੇ ਨਾਲ, ਜਿਹੜੇ ਉੱਥੇ CCTV ਕੈਮਰੇ ਲੱਗੇ ਹੁੰਦੇ ਨੇ, ਉਹਨਾਂ ਦੇ ਵਿੱਚ ਵੀ ਕੀ ਹੈ ਕਿ ਨਾਲ ਵਾਲੀ ਕਨੈਕਟਰ ਸੀਟ ਤੇ ਕੋਈ ਨਹੀਂ ਬੈਠਾ ਨਜ਼ਰ ਆ ਰਿਹਾ ਔਰ ਡਰਾਈਵਰ ਸੀਟ ਤੇ ਸਿਰਫ ਲੱਤਾਂ ਦਿਖਾਈ ਦੇ ਰਹੀਆਂ ਨੇ, ਚਿਹਰਾ ਨਹੀਂ ਦਿਖਾਈ ਦੇ ਰਿਹਾ, ਜਿਸ ਤੋਂ ਇਹ ਸਪਸ਼ਟ ਹੈ ਕਿ ਵੀਰ ਦੀਪ ਸਿੱਧੂ ਉਸ ਗੱਡੀ ਦੇ ਅੱਗੇ ਨਹੀਂ ਸੀ, ਪਿਛਲੀ ਸੀਟ ਤੇ ਹੀ ਪਾਇਆ ਹੋ ਸਕਦਾ ਹੈ। ਇਸ ਤੋਂ ਇਲਾਵਾ ਇੱਕ ਬਹੁਤ ਵੱਡਾ ਪ੍ਰੂਫ ਜਿਹੜਾ ਸਾਹਮਣੇ ਆਇਆ, ਜਿਹੜੇ ਗੱਡੀ ਦਾ ਡਰਾਈਵਰ ਦਿਖਾਇਆ ਉਹ ਵੀ ਇੱਕ ਮੁਸਲਮਾਨ ਭਰਾ, ਤੇ ਇੱਕ ਪਿੱਛੇ ਜਿਹੜਾ ਚਸ਼ਮਦੀਦ ਗਵਾਹ ਬਣਾਇਆ ਉਹ ਵੀ ਮੁਸਲਮਾਨ ਭਰਾ। ਇਹ ਵੀ ਇਹਨਾਂ ਦੀ ਸਾਜ਼ਿਸ਼ ਹੈ ਕਿ ਸਿੱਖਾਂ ਤੇ ਮੁਸਲਮਾਨਾਂ ਦੀ ਆਪਸ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਨਾਲ ਲੜਾਈ ਕਰਵਾਈ ਜਾਵੇ। ਦੂਜੀ ਗੱਲ, ਜਿਹੜੀ ਸਭ ਤੋਂ ਵੱਡੀ ਗੱਲ ਨਿਕਲ ਕੇ ਸਾਹਮਣੇ ਆਈ ਹੈ, ਜਿਹੜੇ ਬੰਦੇ ਨੇ ਰੇਸਰ ਕਾਰਾਂ ਚਲਾਈਆਂ ਹੋਣ
ਜਿਹੜੇ ਬੰਦੇ ਨੇ 280 ਦੀ ਸਪੀਡ ਤੇ ਕਾਰਾਂ ਚਲਾਈਆਂ ਹੋਣ, ਰੇਸਰ ਕਾਰਾਂ, ਕੀ ਉਹ 100-120 ਦੀ ਸਪੀਡ ਤੇ ਬ੍ਰੇਕ ਨਹੀਂ ਲਾ ਸਕਦਾ, ਜਾਂ 100-120 ਦੀ ਸਪੀਡ ਤੇ ਉਹ ਗੱਡੀ ਕੰਟਰੋਲ ਨਹੀਂ ਕਰ ਸਕਦਾ? ਇਹ ਨਹੀਂ ਹੋ ਸਕਦਾ। ਤੇ ਸਭ ਤੋਂ ਇੱਕ ਜਿਹੜਾ ਇਹਨਾਂ ਨੇ ਵੱਡਾ ਝੂਠ ਬੋਲਿਆ ਉਹ ਹੈ ਝੂਠ ਕਿ ਵੀਰਦੀਪ ਸਿੱਧੂ ਦੀ ਪਿਛਲੀ ਗੱਡੀ ਦੀ ਪਿਛਲੀ ਸੀਟ ਤੇ ਸ਼ਰਾਬ ਦੀ ਬੋਤਲ ਸੀ। ਜਦੋਂ ਗੱਡੀ 120 ਦੀ ਸਪੀਡ ਤੇ ਕਿਸੇ ਨਾਲ ਟਕਰਾਉਂਦੀ ਹੈ ਨਾ, ਸੀਟ ਤੇ ਜੇ ਬੰਦਾ ਵੀ ਪਿਆ ਹੋਵੇ ਤਾਂ ਵੀ ਉਹ ਮੂਹਰੇ ਸ਼ੀਸ਼ੇ ਕੋਲ ਆ ਜਾਂਦਾ ਪਿਛਲੀ ਸੀਟ ਤੋਂ, ਤੇ ਉਹ ਸ਼ਰਾਬ ਦੀ ਬੋਤਲ ਉੱਥੇ ਹੀ ਪਈ ਰਹੇਗੀ। ਇਹ ਬਦਨਾਮ ਕਰਨ ਦੀ ਸਾਜ਼ਿਸ਼ ਹੈ। ਜਿਵੇਂ 84 ਦੌਰਾਨ ਬਦਨਾਮ ਕੀਤਾ ਗਿਆ ਸੀਗਾ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ, ਉਵੇਂ ਵੀਰਦੀਪ ਸਿੱਧੂ ਨੂੰ ਇਹਨਾਂ ਨੇ ਕਿਰਦਾਰਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਹ ਸਰਕਾਰਾਂ ਦੇ ਖੇਡ ਨੇ। ਸੋ ਕਾਫੀ ਸਬੂਤ ਨੇ ਜਿਹੜੇ ਆਪਾਂ ਮੀਡੀਆ 'ਚ ਅਜੇ ਸਾਂਝੇ ਨਹੀਂ ਕਰ ਸਕਦੇ, ਜਿਹੜੇ ਅਸੀਂ ਇਕੱਠੇ ਕਰ ਰਹੇ ਹਾਂ, ਤੇ ਸਾਰੇ ਪ੍ਰੂਫ ਇਕੱਠੇ ਕਰਕੇ ਕੋਸ਼ਿਸ਼ ਕਰਦੇ ਹਾਂ ਕਿ ਇੱਕ ਵਾਰ ਇਸ ਦੀ ਰਿਟ ਪਟੀਸ਼ਨ ਪਾਈ ਜਾਵੇ, ਤੇ ਤਾਂ ਜੋ ਉਹਨਾਂ ਸਬੂਤਾਂ ਦੇ ਆਧਾਰ ਤੇ ਕਦੋਂ ਵੀਰਦੀਪ ਸਿੱਧੂ ਹੋਟਲ 'ਚੋਂ ਬਾਹਰ ਨਿਕਲਿਆ, ਕਦੋਂ ਹੋਟਲ ਤੋਂ ਉਹਨਾਂ ਨੇ ਚੈੱਕਆਊਟ ਕੀਤਾ, ਚੈੱਕਆਊਟ ਕਰਨ ਤੋਂ ਬਾਅਦ ਉਹ ਕਿੱਧਰ ਗਏ, ਕਿਉਂਕਿ ਸਾਰੀ ਦਿੱਲੀ 'ਚ ਕੇਜਰੀਵਾਲ ਕਹਿੰਦਾ ਮੈਂ CCTV ਕੈਮਰੇ ਲਾਏ ਹੋਏ ਨੇ, ਗੁੜਗਾਵਾਂ ਤੋਂ ਚੱਲੇ ਨੇ, ਉਹ ਦਿੱਲੀ ਵਿੱਚ ਦੀ ਆਏ ਨੇ, ਕਿੱਥੋਂ ਨਿਕਲਦੇ ਨੇ, ਚੈੱਕਆਊਟ ਕਿਹੜੀ ਪੋਜੀਸ਼ਨ ਤੋਂ, ਕਿੱਥੋਂ ਉਹ ਹੋਟਲ 'ਚੋਂ ਚੈੱਕਆਊਟ ਕਿੰਨੇ ਵਜੇ ਕਰਦੇ ਨੇ, ਟੋਲ ਪਲਾਜ਼ੇ ਤੇ ਕਿੰਨੇ ਵਜੇ ਪਹੁੰਚਦੇ ਨੇ, ਇਹ ਸਾਰੀਆਂ ਚੀਜ਼ਾਂ ਦੀ ਅਜੇ ਜਾਂਚ ਹੋਣੀ ਬਾਕੀ ਹੈ। ਜੇ ਪੁਲਿਸ ਆਪਣੇ ਪੱਧਰ ਤੇ ਵੀ ਕਰ ਰਹੀ ਹੋਏਗੀ ਤਾਂ ਵੀ ਠੀਕ ਹੈ, ਅਦਰਵਾਇਜ਼ ਸਾਡੇ ਨੌਜਵਾਨਾਂ ਦੀ ਇਹ ਡਿਊਟੀ ਹੈ ਲੱਗੀ ਹੋਈ ਕਿ ਇਹ ਸਾਰੀ ਜਾਂਚ ਆਪਣੇ ਪੱਧਰ ਤੇ ਵੀ ਕੋਸ਼ਿਸ਼ ਕਰ ਰਹੇ ਨੇ, ਜਿੰਨੀ ਹੋ ਸਕੀ ਵੱਧ ਤੋਂ ਵੱਧ ਕੀਤੀ ਜਾਵੇਗੀ। ਉਸ ਤੋਂ ਬਾਅਦ ਕੱਲ ਆਪਾਂ ਮਿਲਦੇ ਹਾਂ ਫਤਿਹਗੜ੍ਹ ਸਾਹਿਬ ਵਿਖੇ ਵੀਰਦੀਪ ਸਿੱਧੂ ਦੇ ਭੋਗ ਸਮਾਗਮ ਤੇ, ਉੱਥੇ ਵੀ ਕਾਫੀ ਗੱਲਾਂ ਨੇ ਜਿਹੜੀਆਂ ਆਪਾਂ ਸਾਂਝੀਆਂ ਕਰਨੀਆਂ ਨੇ। ਸੋ ਉਮੀਦ ਹੈ ਸਾਰੇ ਦੀਪ ਸਿੱਧੂ ਨੂੰ ਪਿਆਰ ਕਰਨ ਵਾਲੇ ਵੀਰ ਕੱਲ ਅੰਤਮ ਅਰਦਾਸ ਤੇ ਜ਼ਰੂਰ ਪਹੁੰਚਣਗੇ। ਧੰਨਵਾਦ ਜੀ।